ਜਿਹ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟਹਿ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ ਰਿਦ ਸਿਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ। ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨਾਵਾਂ। ਸਾਧੋ ਕੌਣ ਜੁਗਤ ਅਬ ਕੀਜੈ। ਜਾਤੇ ਦੁਰਮਤ ਸਗਲ ਬਿਨਾਸੈ। ਰਾਮ ਭਗਤ ਮਨ ਭੀਜੈ। ਸਾਧੋ ਕੌਣ ਜੁਗਤ ਅਬ ਕੀਜੈ। ਜਾਤੇ ਦੁਰਮਤ ਸਗਲ ਬਿਨਾਸੈ। ਰਾਮ ਭਗਤ ਮਨ ਭੀਜੈ। ਰਹਾਉ ਮਨ ਮਾਇਆ ਮਹਿ ਉਰਜ ਰਹਿਓ ਹੈ। ਬੂਝੈ ਨਹਿ ਕਛ ਗਿਆਨਾ। ਕੌਣ ਨਾਮ ਜਗ ਜਾ ਕੈ ਸਿਮਰੈ। ਪਾਵੈ ਪਦ ਨਿਰਬਾਨਾ। ਭਏ ਦਇਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤ ਗਾਈ। ਰਾਮ ਨਾਮ ਨਰ ਨਿਸਬਾ ਸੁਰ ਮਹਿ। ਨਿਮਖ ਏਕ ਉਰ ਧਾਰੈ। ਜਮ ਕੋ ਤਰਾਸ ਮਿਟੈ ਨਾਨਕ ਤਿਹ ਆਪਣੋ ਜਨਮ ਸਵਾਰੈ। ਰਾਮ ਨਾਮ ਨਰ ਨਿਸਬਾ ਸੁਰ ਮਹਿ। ਨਿਮਖ ਏਕ ਉਰ ਧਾਰੈ। ਜਮ ਕੋ ਤਰਾਸ ਮਿਟੈ ਨਾਨਕ ਤਿਹ ਆਪਣੋ ਜਨਮ ਸਵਾਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਗ ਦੀ ਜੋਤ
ਕਿਰਪਾ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਵਿੱਤਰ ਬਾਣੀ ਰਾਮਕਲੀ ਰਾਗ ਦੇ ਅੰਦਰ ਕੱਲ੍ਹ ਪ੍ਰਾਰੰਭਤਾ ਹੋਈ ਸੀ। ਇੱਕ ਸ਼ਬਦ ਸੰਪੂਰਨ ਹੋਇਆ ਸੀਗਾ। ਜਿਵੇਂ ਮਹਾਰਾਜ ਜੀ ਦੂਸਰੇ ਸ਼ਬਦ ਦਾ ਸਤਿਗੁਰੂ ਜੀ ਰਾਮਕਲੀ ਰਾਗ ਅੰਦਰ ਉਚਾਰਨ ਕਰ ਰਹੇ ਨੇ। ਆਓ ਪਿਆਰ ਸ਼ਰਧਾ ਨਾਲ ਮਨ ਬਿਰਤੀ ਇਕਾਗਰ ਕਰਕੇ ਹਜ਼ੂਰ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਰਾਮਕਲੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਅੰਮ੍ਰਿਤ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਾਧੋ ਕੌਣ ਜੁਗਤ ਅਬ ਕੀਜੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਤਿੰਨ ਸ਼ਬਦ ਜੋ ਸਿਰਲੇਖ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਤੇ ਪਦੇ, ਇਹ ਤਿੰਨਾਂ ਪਦਿਆਂ ਵਾਲੇ ਤਿੰਨ ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਹੈ। ਸੱਚੇ ਪਾਤਸ਼ਾਹ ਜੀ ਜਗਿਆਸਾ ਮੁਖ ਤੋਂ ਜਦੋਂ ਮੁਕਤ ਹੋਣ ਦੀ ਮਨ ਦੇ ਅੰਦਰ ਇੱਛਾ ਜਾਗ ਪੈਂਦੀ ਹੈ, ਇਹਨਾਂ ਸੰਸਾਰ ਦੇ ਜੰਜਾਲਾਂ ਤੋਂ ਛੁੱਟਣ ਵਾਸਤੇ ਮਨ ਦੇ ਅੰਦਰ ਉਹ ਮਾਹ ਪੈਦਾ ਹੁੰਦਾ ਹੈ। ਮਨ ਦੇ ਅੰਦਰ ਇਹ ਯਤਨ, ਇਹ ਅਭਿਆਸ, ਇਹ ਇੱਛਾ ਜਾਗਦੀ ਹੈ ਤੇ ਫਿਰ ਜਗਿਆਸੂ ਯਤਨ ਕਰਦਾ ਏ ਕਿ ਮੈਂ ਕਿਵੇਂ ਇਸ ਸੰਸਾਰ ਦੇ ਜੰਜਾਲ ਤੋਂ ਛੁੱਟ ਜਾਵਾਂ। ਇਹ ਵਕਾਰ ਮੇਰੇ 'ਤੇ ਆਪਣਾ ਪ੍ਰਭਾਵ ਪਾਉਂਦੇ ਹੈ। ਫਿਰ ਵਕਾਰ ਭੋਗਣੇ ਉਹਨੂੰ ਸੁਖਦਾਈ ਨਹੀਂ ਲੱਗਦੇ। ਪਦਾਰਥਾਂ ਦਾ ਇਕੱਠਾ ਕਰਨਾ ਉਹਨੂੰ ਚੰਗਾ ਨਹੀਂ ਲੱਗਦਾ। ਪਰ ਫਿਰ ਵੀ ਭਾਵੇਂ ਮਨ ਛੁੱਟਣਾ ਚਾਹੁੰਦਾ ਹੈ ਪਰ ਆਪਣੇ ਆਪ ਛੁੱਟਿਆ ਨਹੀਂ ਜਾਂਦਾ। ਇਹ ਫਿਰ ਪਤਾ ਲੱਗਦਾ ਜਗਿਆਸੂ ਨੂੰ, ਜਿਹਨੂੰ ਇਹ ਭਾਵ ਵੀ ਨਹੀਂ ਫੁਰਦਾ, ਉਹਦਾ ਤਾਂ ਛੁੱਟਣਾ ਫਿਰ ਬੜਾ ਦੁਸਤਰ ਹੈ। ਜਿਹਦੇ ਮਨ ਦੇ ਅੰਦਰ ਚਾਹਨਾ ਪੈਦਾ ਹੋ ਜਾਂਦੀ ਹੈ ਕਿ ਮੈਂ ਦੁੱਖਾਂ ਤੋਂ ਛੁੱਟ ਜਾਵਾਂ, ਮਾਇਆ ਦੇ ਜੰਜਾਲ ਤੋਂ ਛੁੱਟ ਜਾਵਾਂ, ਵਕਾਰ ਮੈਨੂੰ ਤੰਗ ਨਾ ਕਰਨ, ਖੋਟੀ ਬੁੱਧ ਮੇਰੇ ਅੰਦਰੋਂ ਨਾਸ਼ ਹੋ ਜਾਵੇ। ਇਹ ਯਤਨ ਫਿਰ ਜਗਿਆਸੂ ਕਰਨ ਲੱਗ ਜਾਂਦਾ ਏ। ਪਰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਮਨ ਤੋਂ ਹੋੜਦਾ ਏ, ਕੀ ਵੇਖਦਾ ਏ ਕਿ ਮਨ ਤਾਂ ਅਮੋੜ ਹੈ। ਮਨ ਤਾਂ ਖੋਟੀ ਬੁੱਧੀ ਦਾ ਖਹਿੜਾ ਹੀ ਨਹੀਂ ਛੱਡਦਾ। ਮਨ ਤਾਂ ਮਾਇਆ ਵਿੱਚ ਗਲਤਾਨ ਹੋ ਗਿਆ। ਮਨ ਤਾਂ ਆਖੇ ਹੀ ਨਹੀਂ ਲੱਗਦਾ। ਜਿਸ ਗੱਲ ਤੋਂ ਮੋੜਦਾ ਹਾਂ ਉਸ ਤੋਂ ਮੁੜਦਾ ਹੀ ਨਹੀਂ ਇਹ ਮਨ। ਜਦੋਂ ਪਤਾ ਲੱਗ ਜਾਂਦਾ ਹੈ
ਕਿ ਮਨ ਮੇਰੇ ਕਹੇ ਵਿੱਚ ਨਹੀਂ ਹੈ। ਬਹੁਤ ਯਤਨ ਵੀ ਕਰ ਕਰਕੇ ਥੱਕ ਜਾਂਦੇ ਆ ਕਈ ਪਰਮਾਰਥ ਦੇ ਰਾਹ 'ਤੇ ਚੱਲਣ ਵਾਲੇ, ਪਰ ਮਨ ਵਸੀਕਾਰ ਨਹੀਂ ਹੁੰਦਾ, ਮਨ ਅਧੀਨ ਨਹੀਂ ਹੁੰਦਾ। ਬਹੁਤ ਵੱਡੀ ਕਿਰਪਾ ਏ ਜਦੋਂ ਮਨ ਵਸੀਕਾਰ ਹੋ ਜਾਵੇ। ਤਾਈਆਂ ਤਾਂ ਹਜ਼ੂਰ ਨੇ ਕਿਹਾ ਨਾ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਵੇ। ਮਨ ਦੇ ਅੰਦਰ ਇੱਛਾ ਏ ਸ਼ੁਭ ਗੁਣਾਂ ਨੂੰ ਕਮਾਉਣ ਦੀ, ਮਨ ਦੇ ਅੰਦਰ ਚਾਹਨਾ ਏ ਵਾਹਿਗੁਰੂ ਦੀ ਭਾਵ ਭਗਤੀ ਦੀ, ਕਿ ਮੈਂ ਅੰਮ੍ਰਿਤ ਵੇਲੇ ਉੱਠਾਂ, ਮੇਰਾ ਮਨ ਵਾਹਿਗੁਰੂ ਦੇ ਪਿਆਰ ਵਿੱਚ ਇੱਕ ਮਿੱਕ ਹੋ ਜਾਵੇ, ਮੈਂ ਦੇਹ ਦੇ ਆਸ ਨੂੰ ਛੱਡ ਕੇ ਆਪਣੇ ਆਤਮਿਕ ਸਵਰੂਪ ਨੂੰ ਜਾਣ ਲਵਾਂ, ਅੰਦਰ ਦੇ ਆਨੰਦ ਨੂੰ, ਸੁੱਖ ਨੂੰ ਪਾਵਾਂ। ਇਹ ਮਨ ਦੇ ਅੰਦਰ ਇੱਛਾ ਜਦੋਂ ਜਾਗਦੀ ਹੈ ਤੇ ਸਾਰੇ ਹੀ ਔਗਣ ਬਾਧਾ ਪਾਉਣ ਲੱਗ ਜਾਂਦੇ ਹੈ। ਸਭ ਤੋਂ ਵੱਡੀ ਦੁਰਮਤ ਬੁੱਧ ਹੁੰਦੀ ਹੈ ਜਿਹੜੀ ਮਲੀਨ ਕਰੀ ਰੱਖਦੀ ਹੈ ਮਨ ਨੂੰ ਵੀ ਸਰੀਰ ਨੂੰ ਵੀ। ਤੇ ਜਦੋਂ ਕਿ ਬੁੱਧੀ ਵਿੱਚ ਪਾਪ ਦੀ ਚੇਸ਼ਟਾ ਨਹੀਂ ਹੈ, ਬੁੱਧੀ ਦੇ ਅੰਦਰ ਕੋਈ ਪਾਪ ਦਾ ਖਿਆਲ ਨਹੀਂ ਹੈ, ਕੋਈ ਮਨ ਦੇ ਅੰਦਰ ਭਾਵ ਨਹੀਂ ਹੈ, ਖਿਆਲ ਨਹੀਂ ਹੈ ਪਾਪ ਦਾ, ਪਰ ਖੋਟੀ ਬੁੱਧੀ ਫਿਰ ਵੀ ਪਾਪ ਦੇ ਫੁਰਨੇ ਫੋਰਦੀ ਹੈ। ਖੋਟੀ ਬੁੱਧੀ ਫਿਰ ਵੀ ਨਖਿੱਧ ਫੁਰਨਿਆਂ ਨੂੰ ਕਰਾਉਂਦੀ ਹੈ। ਉਹ ਜਗਿਆਸੂ ਨੂੰ ਭੈ ਭੀਤ ਕਰ ਦਿੰਦੀ ਹੈ, ਕਿਉਂਕਿ ਜਿਹੜੀ ਕੋਈ ਮਨ ਦੀ ਇੱਛਾ ਵੀ ਨਹੀਂ, ਜੋ ਕੋਈ ਚਿੱਤ ਖਿਆਲ ਵੀ ਨਹੀਂ, ਇਹੋ ਜਿਹੇ ਭੈੜੇ ਫੁਰਨੇ ਸੰਕਲਪ ਇਹ ਦੁਰਮਤ ਬੁੱਧ ਕਰਾਉਂਦੀ ਹੈ। ਕਿਉਂਕਿ ਕਈਆਂ ਜਨਮਾਂ ਦੇ ਸੰਸਕਾਰ ਹੋਣੇ ਕਰਕੇ ਇਹ ਜਦੋਂ ਕੱਟੇ ਨਹੀਂ ਜਾਂਦੇ ਤੇ ਫਿਰ ਉਹਨਾਂ ਕਰਕੇ ਭਾਵੇਂ ਕਿ ਮਨ ਦੀ ਇੱਛਾ ਨਹੀਂ, ਪਰ ਫਿਰ ਵੀ ਸੰਕਲਪ ਫੁਰਦੇ ਹੈ। ਇਹਨਾਂ ਭੈੜੇ ਸੰਕਲਪਾਂ ਕਰਕੇ ਪਰਮਾਰਥ ਦੇ ਰਾਹ 'ਤੇ ਚੱਲਣ ਵਾਲਾ ਜਗਿਆਸੂ ਕਈ ਵਾਰ ਬਹੁਤ ਪਰੇਸ਼ਾਨ ਹੁੰਦਾ ਹੈ। ਬੜੇ ਮਨ ਦੇ ਅੰਦਰ ਦੁੱਖ ਦੇ ਭਾਵ ਪ੍ਰਗਟ ਹੋ ਜਾਂਦੇ ਹੈ ਕਿ ਮਨਾ ਮੈਂ ਹੁਣ ਕੀ ਕਰਾਂ। ਸੰਸਾਰ ਦੇ ਅੰਦਰ ਵੇਖਣ ਨੂੰ ਤਾਂ ਲੋਕ ਮੈਨੂੰ ਭਗਤ ਕਹਿਣ ਲੱਗ ਪਏ ਹੈ, ਸਾਧੂ ਕਹਿਣ ਲੱਗ ਪਏ ਹੈ, ਗੁਰਮੁਖ ਕਹਿਣ ਲੱਗ ਪਏ ਹੈ, ਪਰ ਮੇਰੀ ਹਾਲਤ ਕਿਹੋ ਜਿਹੀ ਹੈ ਮਨ ਦੀ ਕਿ ਦੁਰਮਤ ਬੁੱਧੀ ਨੇ ਤਾਂ ਮੇਰਾ ਅਜੇ ਤੱਕ ਖਹਿੜਾ ਨਹੀਂ ਛੱਡਿਆ ਹੈ। ਅੱਖਾਂ ਮੇਰੇ ਵਸ ਵਿੱਚ ਅਜੇ ਤੱਕ ਨਹੀਂ ਹੋਈਆਂ, ਇੰਦਰੇ ਮੇਰੇ ਕਹੇ ਨਹੀਂ ਲੱਗਦੇ, ਮਨ ਮੇਰਾ ਅਮੋੜ ਜਿੱਧਰ ਨੂੰ ਮਰਜ਼ੀ ਤੁਰ ਜਾਂਦਾ ਏ। ਫਿਰ ਮਨ ਦੇ ਅੰਦਰ ਬਹੁਤ ਇਹ ਉਤਰਾਅ ਚੜ੍ਹਾਅ ਆਉਂਦੇ ਹੈ। ਇੱਕ ਬੜੀ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਬੜੀ ਇਹ ਜਿਹਦੀ ਬਾਬਤ ਕਬੀਰ ਜੀ ਨੇ ਕਿਹਾ, ਇੱਕ ਔਕਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ। ਕਹਿੰਦੇ ਔਕਟ ਘਾਟੀ ਹੈ, ਔਖੀ ਘਾਟੀ ਹੈ। ਜਿਵੇਂ ਪਹਾੜ 'ਤੇ ਚੜ੍ਹੀ ਦਾ ਨਾ, ਇਵੇਂ ਕਬੀਰ ਸਾਹਿਬ ਜੀ ਕਹਿੰਦੇ ਬੜੀ ਕਠਨ ਹੈ, ਬਿਖਮ ਹੈ ਇਹ ਘਾਟੀ। ਤੇ ਇਹ ਮਨ ਦਾ ਮਾਰਗ ਹੈ, ਇਹਦੇ 'ਤੇ ਸੁਰਤ ਨਾਲ ਚੱਲਣਾ ਹੁੰਦਾ ਹੈ। ਜਿੰਨੀ ਜਿੰਨੀ ਸੁਰਤ ਜੁੜਦੀ ਹੈ ਉਹਨਾਂ ਇਹ ਮਾਰਗ ਜਿਹੜਾ ਸੁਗਮ ਹੁੰਦਾ ਜਾਂਦਾ ਹੈ। ਜਿੰਨਾ ਜਿੰਨਾ ਪਦਾਰਥਾਂ ਦਾ ਭਾਵ ਆਈ ਜਾਂਦਾ, ਖੋਟੇ ਫੁਰਨੇ ਆਈ ਜਾਂਦੇ, ਜੇ ਨਹੀਂ ਵੀ ਆਉਂਦੇ ਤੇ ਸਰੀਰ ਕਰਕੇ ਪਦਾਰਥਾਂ ਨੂੰ ਨਹੀਂ ਛੱਡਦਾ, ਜ਼ੁਬਾਨ ਕਰਕੇ ਰਸਾਂ ਤੋਂ ਨਹੀਂ ਮੁਕਤ ਹੁੰਦਾ, ਤਾਂ ਮਹਾਰਾਜ ਕਹਿੰਦੇ ਆ ਫਿਰ ਇਹ ਚੀਜ਼ਾਂ ਦੇਹ ਨੂੰ ਭਾਰੂ ਕਰ ਦਿੰਦੀਆਂ ਨੇ। ਰਸ ਸਾਰੇ ਦੇਹ ਦਾ ਰਸ ਭਾਰੂ ਕਰ ਦਿੰਦੇ ਨੇ। ਤੇ ਜਦੋਂ ਦੇਹ ਭਾਰੀ ਹੋਈ ਰਹਿੰਦੀ ਹੈ, ਭਾਵ ਆਤਮਾ ਫਿਰ ਦੱਬ ਜਾਂਦੀ ਹੈ। ਫਿਰ ਜਦੋਂ ਆਤਮਾ ਹੀ ਦੱਬੀ ਰਹਿੰਦੀ ਹੈ, ਮਨ ਦੀ ਇੱਛਾ ਤਾਂ ਕਰਦਾ ਹੈ,
ਫਿਰ ਕੀਤੀ ਹੋਈ ਇਕੱਲੀ ਇੱਛਾ ਕੀ ਕਰੇਗੀ, ਕਿਉਂਕਿ ਯਤਨ ਨਹੀਂ ਕਰਦਾ ਆਪਣੇ ਆਤਮਾ ਨੂੰ ਜਗਾਉਣ ਦਾ, ਯਤਨ ਨਹੀਂ ਕਰਦਾ ਆਪਣੇ ਜੋਤ ਸਰੂਪ ਨੂੰ ਪਹਿਚਾਨਣ ਦਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਜਦੋਂ ਇਹ ਅੰਦਰ ਜਗਿਆਸੂ ਦੇ ਜੰਗ ਛਿੜੀ ਹੁੰਦੀ ਹੈ ਨਾ, ਉਹਨੂੰ ਰਸਤਾ ਚਾਹੀਦਾ ਹੁੰਦਾ, ਉਹ ਮਾਰਗ ਭਾਲਦੇ ਹੁੰਦੇ ਹੈ ਕਿ ਕਿਸ ਤਰ੍ਹਾਂ ਇਸ ਤੋਂ ਛੁਟਕਾਰਾ ਪੈ ਜਾਵੇ, ਕਿਸ ਤਰ੍ਹਾਂ ਔਗਣ ਛੁੱਟ ਜਾਣ, ਮਨ ਸਹਿਜ ਵਿੱਚ ਆ ਜਾਵੇ, ਸੁਖੀ ਹੋ ਜਾਈਏ, ਮਨ ਨੂੰ ਆਰਾਮ ਅਵਸਥਾ ਪ੍ਰਾਪਤ ਹੋਵੇ। ਉਹ ਸ਼ਾਂਤੀ ਜਿਹੜੀ ਫਿਰ ਸਤਿਪੁਰਖ ਦੇ ਚਿਹਰੇ ਤੇ ਹੁੰਦੀ ਹੈ, ਵੇਖ ਕੇ ਪਸ਼ੂ ਪਕਸ਼ੀ ਵੀ ਸ਼ਾਂਤ ਹੋ ਜਾਂਦੇ ਆ। ਮਨੁੱਖ ਦੀ ਤਾਂ ਬਾਤ ਕੀ ਹੈ, ਉਹ ਸ਼ਾਂਤੀ ਹਿਰਦੇ ਵਿੱਚ ਆ ਜਾਂਦੀ ਹੈ। ਉਹ ਸ਼ਾਂਤ ਸਰੂਪ ਦਾ ਸਪਰਸ਼ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਜਗਿਆਸਾ ਭਾਵ ਤੋਂ ਗਰੀਬ ਨਵਾਜ ਜੀ ਬੇਨਤੀ ਕਰਦੇ ਹੈ, ਤੇ ਸਾਨੂੰ ਸਤਿਗੁਰੂ ਜੀ ਇਹ ਨਿਸ਼ਚਾ ਦਿੰਦੇ ਆ ਗਰੀਬ ਨਵਾਜ ਕਿ ਵਾਹਿਗੁਰੂ ਦੂਰ ਨਹੀਂ ਹੈ, ਉਹ ਮੇਰਾ ਪਿਆਰਾ ਨੇੜੇ ਹੈ। ਤੂੰ ਆਪਣੇ ਮਨ ਦੇ ਅੰਦਰ ਭਰੋਸਾ ਪ੍ਰਪੱਕ ਕਰ। ਇਹ ਕਹਿ ਕਿ ਹੋਰ ਸਾਰੇ ਮਨਾਂ ਵਿਚਾਰ ਛੱਡ ਦੇ, ਇੱਕ ਵਾਹਿਗੁਰੂ ਦੇ ਨਾਮ ਦਾ ਆਸਰਾ ਗ੍ਰਹਿਣ ਕਰ ਲੈ। ਫਿਰ ਇਹ ਹੈ ਤਾਂ ਔਖੀ ਘਾਟੀ, ਪਰ ਫਿਰ ਸਰ ਹੋ ਜਾਏਗੀ, ਤੈਨੂੰ ਪ੍ਰਾਪਤੀ ਹੋ ਜਾਵੇਗੀ, ਸਿਖਰ ਤੇ ਆ ਚੜ੍ਹੇਂਗਾ। ਫਿਰ ਉੱਥੇ ਦੁਰਮਤ ਬੁੱਧੀ ਦੀ ਪਹੁੰਚ ਨਹੀਂ ਹੈ, ਉੱਥੇ ਫਿਰ ਮਾੜੇ ਖਿਆਲਾਂ ਦੀ ਪਹੁੰਚ ਨਹੀਂ ਹੈ, ਉੱਥੇ ਦੇਹ ਦੇ ਰਸਾਂ ਦੀ ਪਹੁੰਚ ਨਹੀਂ ਹੈ। ਜਿੱਥੇ ਵਾਹਿਗੁਰੂ ਦਾ ਘਣਾ ਆਨੰਦ ਪ੍ਰਾਪਤ ਹੋ ਜਾਂਦਾ ਹੈ, ਜਿੱਥੇ ਸਹਿਜ ਆ ਕੇ ਪ੍ਰਗਟ ਹੋ ਜਾਂਦਾ ਹੈ, ਉਸ ਸਹਿਜ ਨੂੰ ਪ੍ਰਾਪਤ ਕਰਨ ਲਈ ਇਸ ਔਖੀ ਘਾਟੀ ਨੂੰ ਚੜ੍ਹਨ ਲਈ ਜਦੋਂ ਜਗਿਆਸੂ ਇਹਨਾਂ ਔਗਣਾਂ ਤੋਂ, ਇਹਨਾਂ ਪਾਪਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੈ, ਉਹ ਕਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਬੇਨਤੀ ਕਰਨ, ਹਜੂਰ ਇਉਂ ਜਾਚ ਦੱਸਦੇ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਧੋ ਕੌਣ ਜੁਗਤ ਅਬ ਕੀਜੈ। ਸਾਧੋ ਹੇ ਸ੍ਰੇਸ਼ਟ ਜਨੋ, ਸਤਿਪੁਰਸ਼ੋ, ਹੇ ਮਹਾਤਮਾ, ਮਹਾਰਾਜ ਮੈਂ ਹੁਣ ਕਿਹੜੀ ਜੁਗਤੀ ਜਿਹੜੀ ਹੈ ਹੁਣ ਕਰਨਾ ਕਰਾਂ। ਜੁਗਤ ਪੁੱਛਦੇ ਹੈ, ਢੰਗ ਪੁੱਛਦੇ ਹੈ ਜਗਿਆਸੂ। ਸਾਧੋ, ਸਾਧੂ ਕੌਣ ਹਨ? ਸਾਧ ਸਰੂਪ, ਸਾਧ ਰੂਪ ਆਪਣਾ ਤਨ ਧਾਰਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਧੂ ਹਨ। ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਕੋਲੋਂ ਹੱਥ ਜੋੜ ਕਰਕੇ ਪੁੱਛੀਏ, ਇਹ ਸਾਧੂ ਸਰੂਪ ਸਤਿਗੁਰੂ ਜੀ ਕੌਣ ਜੁਗਤ ਅਬ ਕੀਜੈ। ਮਹਾਰਾਜ ਹੁਣ ਮੈਂ ਕਿਹੜੀ ਜੁਗਤੀ ਕਰਾਂ, ਕਿਉਂਕਿ ਆਪਣਾ ਤਾਂ ਸਾਰਾ ਹੀ ਜ਼ੋਰ ਲਾ ਲਾ ਕੇ ਮੈਂ ਥੱਕ ਗਿਆ ਹਾਂ। ਬੜੇ ਯਤਨ ਕੀਤੇ ਐ। ਉਹ ਦੱਸਿਆ ਨਾ ਮਹਾਰਾਜ ਮੇਰੀ ਤਾਂ ਹਾਲਤ ਇਹੋ ਜਿਹੀ ਹੈ ਕਿ ਸਵਾਨ ਪੂਛ ਜਿਉਂ ਭਇਓ ਨਾ ਸੁਧੋ। ਇਹ ਜਿਹੜੀ ਕੁੱਤੇ ਦੀ ਪੂਛ ਜਿਵੇਂ ਸਿੱਧੀ ਨਹੀਂ ਹੁੰਦੀ, ਬਹੁਤ ਯਤਨ ਮੈਂ ਕੀਨੋ। ਬੜੇ ਮਹਾਰਾਜ ਮੈਂ ਯਤਨ ਕੀਤੇ ਐ, ਫਿਰ ਮੇਰਾ ਮਨ ਜਿਹੜਾ ਨਾ ਏਡਾ ਢੀਠ ਵੈ ਮਹਾਰਾਜ, ਬੁਰੇ ਕੰਮਾਂ ਤੋਂ ਹਟਦਾ ਨਹੀਂ, ਵਾਸ਼ਨਾ ਤੋਂ ਹਟਦਾ ਨਹੀਂ। ਭਾਵੇਂ ਕਿ ਜਿਹੜੀ ਹੈ ਮਨ ਦੀ ਅਵਸਥਾ, ਉਹਦੇ ਤੋਂ ਜਿਹੜੇ ਭੈੜੇ ਫੁਰਨੇ ਉੱਠਦੇ ਐ, ਉਹਨੂੰ ਇੰਦਰੀਆਂ ਤੱਕ ਨਹੀਂ ਸਪਰਸ਼ ਹੋਣ ਦਿੰਦੇ, ਪਰ ਫਿਰ ਵੀ ਮਨ ਵਿੱਚ ਉੱਠਦਿਆਂ ਤੋਂ ਵੀ ਜਗਿਆਸੂ ਦਾ ਮਨ ਦੁਖੀ ਹੁੰਦਾ ਹੈ ਕਿ ਇਹ ਲਹਿਰਾਂ ਕਿਉਂ ਉੱਠਦੀਆਂ ਨੇ, ਇਹ ਖਿਆਲ ਭੈੜੇ ਕਿਉਂ ਆਉਂਦੇ ਐ। ਇਹਨਾਂ ਖਿਆਲਾਂ ਕਰਕੇ ਹੀ ਦੁਰਮਤ ਬੁੱਧੀ ਪਹਾੜ ਵੱਡੀ ਜਿੱਡੀ ਤਾਕਤਵਰ ਦਿਸਦੀ ਹੈ। ਬੜਾ ਇਹਦਾ ਪ੍ਰਭਾਵ ਪੈਂਦਾ ਜਗਿਆਸੂ ਤੇ।
ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲੋਂ ਪੁੱਛੀਏ ਗਰੀਬ ਨਵਾਜ, ਸਾਧੋ ਕੌਣ ਜੁਗਤ ਅਬ ਕੀਜੈ। ਇਹ ਸਾਧੂ ਸਰੂਪ ਸਤਿਗੁਰੂ ਜੀ, ਮੈਂ ਕਿਹੜੀ ਜੁਗਤੀ ਹੁਣ ਕਰਨਾ ਕਰਾਂ। ਜਾਤੇ ਦੁਰਮਤ ਸਗਲ ਬਿਨਾਸੈ। ਜਿਸ ਜੁਗਤੀ ਦੇ ਜਿਸ ਤਰੀਕੇ ਦੇ ਕਰਨੇ ਕਰਕੇ ਮਹਾਰਾਜ ਦੁਰਮਤ, ਜਿਹੜੀ ਭੈੜੀ ਮਤ ਵੈ, ਉਹ ਸਾਰੀ ਵਿਨਾਸ਼ ਹੋ ਜਾਵੇ, ਅੰਦਰੋਂ ਖਤਮ ਹੋ ਜਾਵੇ, ਸਮਾਪਤ ਹੋ ਜਾਵੇ। RAM ਭਗਤ ਮਨ ਭੀਜੈ। ਰਮੇ ਹੋਏ RAM ਦੀ ਭਾਵ ਭਗਤੀ ਦੇ ਅੰਦਰ ਮਹਾਰਾਜ ਮੇਰਾ ਮਨ ਭਿੱਜ ਜਾਵੇ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕੌਣ ਜੁਗਤ ਅਬ ਕੀਜੈ, ਮੈਂ ਕਿਹੜੀ ਜੁਗਤੀ ਕਰਾਂ। ਦੇਖੋ ਸੰਸਾਰ ਦੇ ਅੰਦਰ ਇਸ ਰਾਹ ਤੇ ਤੁਰਨ ਵਾਲੇ ਜੁਗਤੀ ਪੁੱਛਦੇ ਐ, ਪਰ ਅਫਸੋਸ ਕਿ ਕਿਸੇ ਪਖੰਡੀ ਨੂੰ ਪੁੱਛ ਬੈਠਦੇ ਐ, ਕਿਸੇ ਦੇਹ ਅਧਿਆਸੀ ਨੂੰ ਪੁੱਛ ਬੈਠਦੇ ਐ, ਜਿਹੜਾ ਆਪ ਰਸਾਂ ਵਿੱਚ ਖੁੱਭਿਆ ਤੇ ਫਸਿਆ ਹੋਇਆ ਹੈ, ਆਪਣੇ ਪਦ ਖੁੱਚ ਜਾਣ ਤੋਂ ਡਰਦਾ ਹੈ। ਇਸ ਪ੍ਰਕਾਰ ਸੱਚ ਦਾ ਜਿਹੜਾ ਹੈ ਉਹ ਮਨ ਦੇ ਅੰਦਰ ਭਾਵ ਹੀ ਨਹੀਂ ਵਸਾਉਂਦਾ, ਫਿਰ ਬਾਹਰੋਂ ਵੀ ਝੂਠ ਦਾ ਸਾਥ ਦਿੰਦਾ ਹੈ। ਜੇ ਨਹੀਂ ਦਿੰਦਾ ਤੇ ਸੱਚ ਬੋਲਣ ਦੀ ਹਿੰਮਤ ਵੀ ਨਹੀਂ ਕਰਦਾ। ਜੇ ਇਹੋ ਜਿਹੇ ਨੂੰ ਪੁੱਛਿਆ ਕਿ ਮਹਾਰਾਜ ਮੈਂ ਦੱਸੋ ਕਿਹੜੀ ਜੁਗਤੀ ਕਰਾਂ, ਹੁਣ ਤਾਂ ਦੱਸਣਾ ਹੀ ਹੈ ਕਿ ਤੂੰ ਇਸ ਪ੍ਰਕਾਰ ਮੇਰੇ ਕੋਲ ਆ ਕਰਕੇ ਜਿਹੜੀ ਹੈ ਇਉਂ ਨਾਮ ਜਪਿਆ ਕਰ, ਮੈਨੂੰ ਤੂੰ ਭੇਟ ਚੜਾਇਆ ਕਰ, ਮੈਨੂੰ ਹੀ ਆਪਣਾ ਗੁਰੂ ਮੰਨ ਲੈ। ਮੇਰੀ ਬੜੀ ਬਿਰਤੀ ਜੁੜਦੀ ਹੈ। ਉਹ ਆਪਣੀ ਦੇਹ ਦਾ ਅਧਿਆਸ ਤਾਂ ਮੁੱਕਿਆ ਨਹੀਂ ਹੁੰਦਾ, ਦੂਸਰੇ ਦੀ ਇਹੋ ਜਿਹੀ ਜਿਹੜੀ ਹੈ ਉਹਦੀ ਸਿੱਖਿਆ ਵਿੱਚ ਫਸ ਕਰਕੇ ਫਿਰ ਜੀਵ ਅਧੋਗਤੀ ਨੂੰ ਚਲੇ ਜਾਂਦਾ, ਕਿਉਂਕਿ ਜੁਗਤ ਤਾਂ ਉਹਨੂੰ ਆਪ ਨਹੀਂ ਪਤਾ। ਜੁਗਤ ਜਿਹਨੂੰ ਪਤਾ ਹੈ ਉਹ ਹੀ ਦੱਸ ਸਕਦਾ ਹੈ ਨਾ। ਇਸ ਕਰਕੇ ਪੂਰੇ ਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੁਗਤ ਦੱਸਦੇ ਆ। ਸੱਚੇ ਪਾਤਸ਼ਾਹ ਹਜੂਰ ਨੂੰ ਹੀ ਪੁੱਛੀਏ ਮਹਾਰਾਜ, ਹੇ ਸਾਧੂ ਸਰੂਪ ਸਤਿਗੁਰੂ ਜੀ, ਕੌਣ ਜੁਗਤ ਅਬ ਕੀਜੈ। ਹੁਣ ਮੈਂ ਕਿਹੜਾ ਤਰੀਕਾ ਕਰਾਂ, ਕਿਉਂਕਿ ਸਾਰੇ ਤਰੀਕੇ ਕਰ ਕਰਕੇ ਹੰਭ ਗਿਆ, ਖੋਟੀ ਬੁੱਧੀ ਨਹੀਂ ਮਹਾਰਾਜ ਖਹਿੜਾ ਛੱਡਦੀ। ਮਹਾਰਾਜ ਭੈੜੇ ਖਿਆਲ ਨਹੀਂ ਅੰਦਰੋਂ ਸੱਚੇ ਪਾਤਸ਼ਾਹ ਜੀ ਜਾਂਦੇ, ਵਕਾਰ ਦੇ ਫੁਰਨੇ ਨਹੀਂ ਮਹਾਰਾਜ ਮਰਦੇ ਅੰਦਰੋਂ। ਬਾਹਰ ਲੋਕ ਵੇਖਣ ਨੂੰ ਮੈਨੂੰ ਬੜਾ ਚੰਗਾ ਕਹਿੰਦੇ ਐ, ਧਰਮਾਤਮਾ ਕਹਿੰਦੇ ਐ ਸੱਚੇ ਪਾਤਸ਼ਾਹ, ਪਰ ਮੈਨੂੰ ਪਤਾ ਹੈ ਮੇਰੀ ਹਾਲਤ ਕਿੰਨੀ ਭੈੜੀ ਹੈ, ਅੰਦਰਲੀ ਸ਼ਕਲ ਮੇਰੀ ਕਿੰਨੀ ਬੁਰੀ ਹੈ। ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਕੋਈ ਮਹਾਰਾਜ ਬੌੜੀ ਕਰੋ, ਤਰੀਕਾ ਦੱਸ ਦਿਓ ਸੱਚੇ ਪਾਤਸ਼ਾਹ, ਕੋਈ ਜੁਗਤ ਦੱਸ ਦਿਓ ਸੱਚੇ ਪਾਤਸ਼ਾਹ, ਜਿਸ ਕਰਕੇ ਜਿਹੜੀ ਭੈੜੀ ਮੱਤ ਹੈ ਸਗਲ ਵਿਨਾਸ਼ ਹੈ, ਸਾਰੀ ਹੀ ਅੰਦਰੋਂ ਵਿਨਾਸ਼ ਹੋ ਜਾਵੇ, ਸਾਰੀ ਸਮਾਪਤ ਹੋ ਜਾਵੇ। ਤੇ ਭਾਵ ਭਗਤੀ ਦੇ ਅੰਦਰ RAM ਭਗਤ ਮਨ ਭੀਜੈ, RAM ਦੀ ਭਗਤੀ ਵਿੱਚ ਮਨ ਭਿੱਜ ਜਾਵੇ। ਮਨ ਤਾਂ ਸੁੱਕੇ ਦਾ ਸੁੱਕਾ ਹੀ ਹੈ ਮਹਾਰਾਜ, ਪੱਥਰ ਵਰਗਾ। ਜਿਵੇਂ ਪਾਣੀ ਵਿੱਚ ਰੱਖ ਦਈਏ ਤੇ ਫਿਰ ਪੱਥਰ ਨੂੰ ਨਹੀਂ ਭੇਦਦਾ ਪਾਣੀ, ਜਿਵੇਂ ਮਹਾਰਾਜ ਸਿੱਖਿਆ ਦੇ ਰਹੇ ਸੀ ਬਿਲਾਵਲ ਰਾਗ ਅੰਦਰ। ਮਹਾਰਾਜ ਇਸੇ ਤਰ੍ਹਾਂ ਮੇਰਾ ਮਨ ਕਠੋਰ ਹੈ, ਬੜਾ ਹੀ ਵਿਸ਼ਈ ਹੈ। ਸੱਚੇ ਪਾਤਸ਼ਾਹ ਜੀ ਆਪਦੇ ਸਤਸੰਗਤ ਰੂਪੀ ਜਲ ਦੇ ਅੰਦਰ, ਇਹ ਨਾਮ ਰੂਪੀ ਸਲਾਬ ਦੇ ਵਿੱਚ ਮਹਾਰਾਜ ਇਹਨੂੰ ਕੋਈ ਅਸਰ ਹੀ ਨਹੀਂ ਹੁੰਦਾ ਹੈ, ਇਹ ਫਿਰ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ ਹੈ। ਆਪ ਕਿਰਪਾ ਕਰਕੇ ਮਹਾਰਾਜ ਕੋਈ ਜੁਗਤ ਦੱਸੋ, ਜਿਸ ਕਰਕੇ ਕਿ ਭਗਤੀ ਵਿੱਚ ਮਨ ਭਿੱਜ ਜਾਵੇ, ਪਿਆਰ ਲੱਗ ਜਾਵੇ। ਸੱਚੇ ਪਾਤਸ਼ਾਹ ਜੀ ਮਨ ਦੇ ਅੰਦਰ ਕਦੇ ਵੀ ਗਰੀਬ ਨਵਾਜ ਬੈਰਾਗ ਨਹੀਂ ਪੈਦਾ ਹੁੰਦਾ, ਐਡਾ ਪੱਥਰ ਮਨ ਹੈ। ਸੱਚੇ ਪਾਤਸ਼ਾਹ ਜੀ ਕਦੇ ਦੇਹ ਦੇ ਰਸਾਂ ਤੋਂ ਮਨ ਉੱਠਦਾ ਨਹੀਂ, ਇੰਨਾ ਸੱਚੇ ਪਾਤਸ਼ਾਹ ਜੀ ਇਹ ਮਨ ਰਸਾਂ ਵਿੱਚ ਖੁੱਭਿਆ ਹੋਇਆ ਹੈ। ਇੱਛਾ ਤਾਂ ਜ਼ਰੂਰ ਹੈ, ਪਰ ਮਹਾਰਾਜ ਜੀ ਰਾਹ ਹੀ ਨਹੀਂ ਕੋਈ ਲੱਭਦਾ। ਇੱਛਾ ਤਾਂ ਹੈ ਵਕਾਰਾਂ ਤੋਂ ਛੁੱਟ ਜਾਵਾਂ, ਇੱਛਾ ਤਾਂ ਹੈ ਕਿ ਸਾਧੂਆਂ ਵਾਲਾ ਜੀਵਨ ਕਮਾ ਲਵਾਂ, ਅੰਮ੍ਰਿਤ ਵੇਲੇ ਉੱਠ ਕੇ ਸਮਾਧੀ ਵਿੱਚ ਲੀਨ ਹੋਇਆ ਕਰਾਂ, ਪਰ ਮਹਾਰਾਜ ਸਮਾਧੀ ਵਿੱਚ ਮੇਰਾ ਮਨ ਜੁੜਦਾ ਹੀ ਨਹੀਂ।
ਸਮਾਧੀ ਕੀ ਲਾਵਾਂ ਮਹਾਰਾਜ, 2 ਮਿੰਟ ਨਹੀਂ ਅੱਖਾਂ ਬੰਦ ਕਰਦਾ, ਫੁਰਨੇ ਕਿੱਥੇ ਦੇ ਕਿੱਥੇ ਲੈ ਕੇ ਚਲੇ ਜਾਂਦੇ। ਕੌਣ ਜੁਗਤ ਅਬ ਕੀਜੈ। ਉਧਰੋਂ ਮਹਾਰਾਜ ਹੁਣ ਕਰਦਾ ਕਰਦਾ, ਭਾਵੇਂ ਕਿ ਗੱਲ ਤਾਂ ਮੇਰੇ ਕੋਲੋਂ ਨਹੀਂ ਸੀ ਬਣਦੀ, ਪਰ ਫਿਰ ਵੀ ਮਹਾਰਾਜ ਮੈਂ ਆਪਣੇ ਵੱਲੋਂ ਜੁਗਤਾਂ ਲੜਾਉਂਦਾ ਰਿਹਾ, ਪਰ ਸਫਲ ਨਹੀਂ ਹੋ ਸਕਿਆ। ਹੌਲੀ ਹੌਲੀ ਜਵਾਨੀ ਲੰਘ ਗਈ ਹੈ ਮਹਾਰਾਜ, ਬਿਰਧ ਅਵਸਥਾ ਜ਼ੋਰ ਪਾਉਣ ਲੱਗ ਗਈ ਹੈ। ਹੁਣ ਤਾਂ ਸੱਚੇ ਪਾਤਸ਼ਾਹ ਜੀ ਹੋਰ ਸੰਸਕਾਰ ਵੱਧ ਗਏ, ਹੋਰ ਫੁਰਨੇ ਸਗੋਂ ਅੰਦਰ ਆਉਣ ਲੱਗ ਪਏ ਹੈ। ਸੋਚਿਆ ਸੀ ਕਿ ਬਿਰਧ ਅਵਸਥਾ ਵਿੱਚ ਭਜਨ ਹੋ ਜਾਏਗਾ, ਹੁਣ ਤਾਂ ਮਹਾਰਾਜ ਭਜਨ ਹੁੰਦਾ ਨਹੀਂ, ਕਿਉਂਕਿ ਸਰੀਰ ਵੀ ਮਹਾਰਾਜ ਸਾਥ ਨਹੀਂ ਦਿੰਦਾ, ਸਰੀਰ ਵੀ ਸਾਥ ਛੱਡਣ ਲੱਗ ਪਿਆ ਹੈ ਮਹਾਰਾਜ। ਉਹਨਾਂ ਬਲ ਨਹੀਂ ਪੈਂਦਾ, ਹੁਣ ਚੌਂਕੜਾ ਨਹੀਂ ਲੱਗਦਾ। ਸੱਚੇ ਪਾਤਸ਼ਾਹ ਸੰਗਤ ਨਹੀਂ ਕੀਤੀ ਜਾਂਦੀ, ਆਪ ਕਿਰਪਾ ਕਰਕੇ ਦੱਸੋ ਮਹਾਰਾਜ, ਕੋਈ ਜੁਗਤ ਦੇ ਦਿਓ ਕਿ ਰਾਮ ਭਗਤ ਮਨ ਭੀਜੈ। ਰਾਮ ਦੀ ਭਗਤੀ ਵਿੱਚ, ਵਾਹਿਗੁਰੂ ਦੇ ਨਾਮ ਵਿੱਚ, ਭਾਵ ਭਗਤੀ ਵਿੱਚ ਮਹਾਰਾਜ ਮਨ ਜਿਹੜਾ ਭਿੱਜ ਜਾਵੇ, ਭਾਵ ਪ੍ਰੇਮ ਦੇ ਸਹਿਤ ਲੱਗ ਜਾਵੇ। ਕੌਣ ਜੁਗਤ ਅਬ ਕੀਜੈ। ਹਜੂਰ ਦੱਸੋ ਮੈਂ ਕਿਹੜੀ ਜੁਗਤੀ ਹੁਣ ਕਰਾਂ। ਬਿਰਧ ਅਵਸਥਾ ਜ਼ੋਰ ਪਾ ਗਈ ਹੈ, ਮਨ ਦੇ ਅੰਦਰ ਵਿਸ਼ੇ ਵੱਧ ਗਏ ਹੈ, ਪਦਾਰਥਾਂ ਦਾ ਭਾਵ ਵੱਧ ਗਿਆ ਹੈ, ਦੇਹ ਦੇ ਰਸਾਂ ਦਾ ਜ਼ੋਰ ਵੱਧ ਗਿਆ ਹੈ। ਇਹ ਘਟਣਾ ਚਾਹੀਦਾ ਸੀ ਪਰ ਘਟਿਆ ਨਹੀਂ। ਮਹਾਰਾਜ ਇੱਛਾ ਤਾਂ ਕਰਦਾ ਰਿਹਾ, ਪਰ ਕੱਲੀ ਇੱਛਾ ਕੀਤਿਆਂ ਕੀ ਹੋਣਾ ਸੀਗਾ। ਮਹਾਰਾਜ ਕਿਰਪਾ ਕਰਕੇ ਮੈਨੂੰ ਕੋ ਹੁਣ ਮੁਕਤੀ ਦੀ ਜੁਗਤ ਦੱਸੋ। ਕੋਈ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੀ ਭਗਤੀ ਦੀ ਜੁਗਤ ਦੱਸ ਦਿਓ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮਨ ਮਾਇਆ ਮਹਿ ਉਰਜ ਰਹਿਓ ਹੈ। ਇਹ ਸੱਚੇ ਪਾਤਸ਼ਾਹ ਮੇਰਾ ਜਿਹੜਾ ਮਨ ਹੈ ਇਹ ਅਜੇ ਤੱਕ ਮਾਇਆ ਵਿੱਚ ਹੀ ਉਲਝਿਆ ਹੋਇਆ ਹੈ। ਇਹ ਨਹੀਂ ਕਿ ਮੈਂ ਬੜਾ ਦਿਲ ਦਾ ਸਾਫ਼ ਹਾਂ, ਨਹੀਂ ਮਹਾਰਾਜ ਮਨ ਨੂੰ ਮਾਇਆ ਨੇ ਮੈਲਾ ਕਰ ਛੱਡਿਆ ਹੈ ਤੇ ਇਹਦੇ ਵਿੱਚ ਹੀ ਮੈਂ ਉਲਝ ਗਿਆ। ਜਿਵੇਂ ਫਸ ਜਾਂਦੀ ਹੈ ਨਾ ਮੱਛੀ, ਮੱਛੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹੋ, ਇਸ ਤਰ੍ਹਾਂ ਇਸ ਮਾਇਆ ਦੇ ਜਾਲ ਨੂੰ ਮੈਂ ਜਾਣਿਆ ਹੀ ਨਹੀਂ ਸੱਚੇ ਪਾਤਸ਼ਾਹ ਜੀ। ਇਹ ਇੰਨਾ ਜ਼ਿਆਦਾ ਇਹਦੇ ਅੰਦਰ ਮੈਂ ਫਸ ਗਿਆ ਤੇ ਮੇਰੇ ਕੋਲੋਂ ਛੁੱਟਣ ਦਾ ਹੁਣ ਕੋਈ ਰਾਹ ਨਹੀਂ ਰਹਿ ਗਿਆ, ਕਿਉਂਕਿ ਜਵਾਨੀ ਵਿੱਚ ਮਾਣ ਹੀ ਬਣਿਆ ਰਿਹਾ ਕਿ ਮੇਰੇ ਸਰੀਰ ਵਿੱਚ ਬੜਾ ਜ਼ੋਰ ਹੈ, ਮੈਨੂੰ ਬੜਾ ਦੂਰ ਤੱਕ ਦਿਸਦਾ ਹੈ, ਮੈਂ ਬੜਾ ਸਿਆਣਾ ਹਾਂ। ਇਹ ਜਿਹੜਾ ਸਰੀਰ ਦੇ ਜ਼ੋਰ ਦਾ ਵੀ ਹੰਕਾਰ ਹੈ ਨਾ, ਇਹ ਪਰਮਾਰਥ ਦੇ ਰਾਹ 'ਤੇ ਨਹੀਂ ਚੱਲਣ ਦਿੰਦਾ। ਸਿਆਣਪ ਦੇ ਜ਼ੋਰ ਦਾ ਜਿਹੜਾ ਮਨ ਦੇ ਅੰਦਰ ਭਾਵ ਹੈ ਨਾ, ਇਹ ਪਰਮਾਰਥ ਦੇ ਰਾਹ 'ਤੇ ਨਹੀਂ ਤੁਰਨ ਦਿੰਦਾ। ਸੱਚੇ ਪਾਤਸ਼ਾਹ ਜੀ ਇਹ ਸਾਰਾ ਕੁਝ ਹੀ ਮੇਰੇ ਅੰਦਰ ਵਿਆਪਦਾ ਰਿਹਾ। ਚਾਹੁੰਦਾ ਤਾਂ ਸੀ ਮੈਂ ਉਪਦੇਸ਼ ਸੁਣ ਕੇ ਕਿ ਛੁੱਟ ਜਾਵਾਂ, ਇੱਛਾ ਤਾਂ ਕਰਦਾ ਸੀ ਕਿ ਮੈਨੂੰ ਵੀ ਉੱਚੇ ਮੰਡਲ ਪ੍ਰਾਪਤ ਹੋਣ, ਪਰ ਮਹਾਰਾਜ ਮੈਨੂੰ ਕੋਈ ਜੁਗਤ ਹੀ ਨਹੀਂ ਲੱਭੀ। ਚਾਹੁੰਦਾ ਤਾਂ ਰਿਹਾ, ਯਤਨ ਵੀ ਕਰਦਾ ਰਿਹਾ ਜਿੰਨੇ ਕੁ ਹੋ ਸਕਦੇ ਸੀਗੇ, ਪਰ ਮਹਾਰਾਜ ਮੈਨੂੰ ਸਫਲਤਾ ਨਹੀਂ ਮਿਲੀ। ਸੱਚੇ ਪਾਤਸ਼ਾਹ ਹੇ ਗਰੀਬ ਨਵਾਜ, ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਵਾਜ ਮੇਰਾ ਜਿਹੜਾ ਮਨ ਹੈ ਇਹ ਸੱਚੇ ਪਾਤਸ਼ਾਹ ਜੀ ਮਾਇਆ ਦੇ ਅੰਦਰ ਹਜੂਰ ਫਰਮਾਉਂਦੇ ਹਨ, ਮਨ ਮਾਇਆ ਮਹਿ ਉਰਜ ਰਹਿਓ ਹੈ। ਇਉਂ ਬੇਨਤੀ ਕਰੀਏ ਮਹਾਰਾਜ ਮੇਰਾ ਮਨ ਮਾਇਆ ਵਿੱਚ ਉਲਝ ਗਿਆ ਹੈ, ਭਾਵ ਫਸ ਗਿਆ ਬੜੀ ਬੁਰੀ ਤਰ੍ਹਾਂ। ਬੂਝੈ ਨਹਿ ਕਛ ਗਿਆਨਾ। ਕੁਝ ਵੀ ਗਿਆਨ ਮਹਾਰਾਜ ਇਹ ਸਮਝਦਾ ਹੀ ਨਹੀਂ, ਸੁਣ ਕੇ ਅਸਰ ਹੀ ਨਹੀਂ ਪੈਂਦਾ। ਮਹਾਰਾਜ ਨੇ ਕਿਹਾ ਨਾ ਮਾਇਆ ਧਾਰੀ ਅਤ ਅੰਨਾ ਬੋਲਾ। ਹੁਣ ਮਾਇਆ ਧਾਰੀ ਕੇਵਲ ਬਾਹਰੋਂ ਜਿਹੜੀ ਜੜ ਮਾਇਆ ਉਹ ਮਾਇਆ ਧਾਰੀ ਨਹੀਂ ਕੇਵਲ, ਉਹ ਤਾਂ ਹੈ ਹੀ। ਤੇ ਜਿਹੜਾ ਸੂਖਸ਼ਮ ਮਾਇਆ ਨੂੰ ਵੀ, ਇਹ ਚੇਤਨ ਮਾਇਆ ਨੂੰ ਵੀ ਆਪਣੇ ਅੰਦਰ ਧਾਰਨ ਕਰੀ ਬੈਠਾ ਨਾ, ਉਹ ਵੀ ਮਾਇਆ ਧਾਰੀ ਹੈ। ਜਿਹੜਾ ਮਨ ਦੇ ਅੰਦਰ ਇਹ ਭਾਵ ਬਸਿਆ ਰਹਿਣਾ ਦੇਹ ਦਾ, ਸੰਸਾਰ ਦਾ, ਰਸਾਂ ਦਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਭ ਮਾਇਆ ਹੈ। ਤੇ ਜਦੋਂ ਮਾਇਆ ਵਿੱਚ ਇੰਨਾ ਉਲਝਿਆ ਹੋਇਆ ਮਨ,
ਉਪਦੇਸ਼ ਦੇ ਸੁਣਦਿਆਂ ਵੀ ਕੰਨ ਬੋਲੇ ਕਰ ਛੱਡੇ ਐ। ਸਤਿਗੁਰੂ ਜੀ ਦੇ ਦਰਸ਼ਨ ਵੇਖਦਿਆਂ ਵੀ ਅੱਖਾਂ ਅੰਨੀਆਂ ਕਰ ਛੱਡੀਆਂ ਨੇ ਕਿ ਮਹਾਰਾਜ ਜੀ ਦਾ ਦੀਦਾਰ ਨਹੀਂ ਹੁੰਦਾ, ਸਤਿਗੁਰੂ ਜੀ ਦਾ ਸ਼ਬਦ ਨਹੀਂ ਸੁਣਦਾ ਤੇ ਫਿਰ ਗਿਆਨ ਕਿੱਥੋਂ ਹੋਣਾ ਸੀਗਾ। ਮਹਾਰਾਜ ਮੈਨੂੰ ਕੁਝ ਵੀ ਗਿਆਨ ਸੁਝਿਆ ਨਹੀਂ, ਮੈਂ ਬੁੱਝਿਆ ਹੀ ਨਹੀਂ, ਜਾਣਿਆ ਹੀ ਨਹੀਂ। ਬੜਾ ਸੋਚਦਾ ਸਾਂ ਕਿ ਮੈਨੂੰ ਬੜੀ ਸਮਝ ਹੈ, ਬੜੀ ਸਮਝ ਵੈ, ਪਰ ਪਤਾ ਲੱਗਾ ਕਿ ਮੌਤ ਦਾ ਡਰ ਤਾਂ ਅਜੇ ਤੱਕ ਲੱਗ ਰਿਹਾ। ਤੇ ਫਿਰ ਮਨ ਨੂੰ ਪੁੱਛਿਆ ਕਿ ਹੁਣ ਤੇਰੀ ਸਿਆਣਪ ਕਿੱਥੇ ਹੈ? ਜੇ ਤੈਨੂੰ ਮੌਤ ਤੋਂ ਡਰ ਲੱਗਦਾ ਹੈ ਤਾਂ ਹੁਣ ਨਹੀਂ ਤੂੰ ਸਿਆਣਪ ਨਾਲ ਕੋਈ ਉੱਤਰ ਕੱਢਦਾ, ਅੱਗੋਂ ਤੈਨੂੰ ਜਮਾਂ ਦਾ ਡਰ ਤਾਂ ਲੱਗ ਰਿਹਾ ਹੈ ਬੜਾ ਜ਼ਿਆਦਾ। ਤੇ ਫਿਰ ਤੂੰ ਸਿਆਣਾ ਕਾਹਦਾ ਏ? ਸਿਆਣਾ ਪੁਰਖ ਤਾਂ ਹੁੰਦਾ ਨਾ, ਸਚਾਈ ਜਾਣ ਲੈਂਦਾ। ਜਿਵੇਂ ਬੱਚਾ ਡਰਦਾ ਨਾ, ਤੇ ਜਿਹਨੂੰ ਸਮਝ ਵੈ ਉਹਦਾ ਡਰ ਨਹੀਂ ਹੁੰਦਾ, ਕਿਉਂਕਿ ਉਹਨੂੰ ਉਹਦੇ ਭੇਦ ਦਾ ਪਤਾ ਹੁੰਦਾ ਹੈ। ਇਸ ਕਰਕੇ ਸਿਆਣਪ ਨਾਲ ਉਹਦਾ ਡਰ ਖਤਮ ਹੋ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਐ, ਇਹ ਦੁਨੀਆ ਦੀਆਂ ਸੰਸਾਰੀਆਂ ਦੀਆਂ ਸਿਆਣਪਾਂ, ਇਹ ਪੜ੍ਹ ਕਰਕੇ ਦੁਨਿਆਵੀ ਵਿੱਦਿਆ, ਪੜ੍ਹ ਕਰਕੇ ਤੂੰ ਪਰਮਾਰਥ ਦੀ ਵਿੱਦਿਆ ਤੇ ਆਪਣਾ ਡਰ ਹੀ ਨਹੀਂ ਖਤਮ ਕਰ ਸਕਿਆ। ਜੇ ਤੇਰੇ ਅੰਦਰ ਮੌਤ ਦਾ ਖੌਫ ਬਣਿਆ ਹੋਇਆ ਹੈ, ਦੱਸ ਤੇਰੀ ਕੀ ਸਿਆਣਪ ਹੈ ਫਿਰ? ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਬੇਨਤੀ ਕਰੀਏ, ਆਪਣੇ ਮਨ ਦੀ ਜੀ ਜੋ ਹਾਲਤ ਹੈ ਉਹ ਹਜੂਰ ਦੇ ਅੱਗੇ ਖੋਲ ਕੇ ਦੱਸੀਏ। ਮਹਾਰਾਜ ਬੁੱਝੈ ਨਹਿ ਕਛ ਗਿਆਨਾ, ਕੁਝ ਵੀ ਗਿਆਨ ਨਹੀਂ ਬੁੱਝਿਆ ਅਜੇ ਤੱਕ। ਜੇ ਗਿਆਨ ਬੁੱਝਿਆ ਹੁੰਦਾ ਤੇ ਫਿਰ ਦੇਹ ਤੋਂ ਨਾ ਉੱਠ ਜਾਂਦਾ, ਆਪਣੇ ਅਸਲ ਰੂਪ ਨੂੰ, ਸੂਖਸ਼ਮ ਸਰੀਰ ਨੂੰ ਨਾ ਪਹਿਚਾਣ ਲੈਂਦਾ ਕਿ ਸਥੂਲ ਦੇਹ ਕੀ ਹੈ, ਸੂਖਸ਼ਮ ਦੇਹ ਕੀ ਹੈ, ਕਾਰਨ ਦੇਹ ਕੀ ਹੈ। ਕੁਝ ਗਿਆਨ ਸਮਝ ਲੈਂਦਾ ਨਾ, ਤੇ ਇਹਨਾਂ ਵਿੱਚ ਸਾਖੀ ਚੇਤਨ ਜੋ ਬ੍ਰਹਮ ਹੈ, ਮਹਾਰਾਜ ਸੂਝਤ ਬੁੱਝੈ ਨਹਿ ਕਛ ਗਿਆਨ, ਕੁਝ ਵੀ ਗਿਆਨ ਨਹੀਂ ਮੈਨੂੰ ਬੁੱਝਿਆ ਅਜੇ ਤੱਕ, ਸਮਝ ਹੀ ਨਹੀਂ ਪਈ। ਗਿਆਨ ਦੀ ਰੌਸ਼ਨੀ ਦੀ ਚਿਣਗ ਨਹੀਂ ਮੇਰੇ ਅੰਦਰ ਮਹਾਰਾਜ ਫੁੱਟੀ। ਇੱਛਾ ਤਾਂ ਹੈ ਕਿ ਮਹਾਰਾਜ ਮੈਨੂੰ ਗਿਆਨ ਹੋ ਜਾਵੇ, ਸੋਝੀ ਪੈ ਜਾਵੇ। ਕਹਿਣ ਨੂੰ ਉਪਦੇਸ਼ ਮਹਾਰਾਜ ਇੰਨਾ ਕਰ ਲੈਣਾ, ਮਹਾਰਾਜ ਸੁਣਨ ਨੂੰ ਸੁਣ ਵੀ ਲੈਣਾ ਹਾਂ, ਪੜ੍ਹਨ ਨੂੰ ਪੜ੍ਹ ਵੀ ਲੈਣਾ ਹਾਂ, ਪਰ ਜਿਹੜਾ ਅੰਤਰਾਤਮੇ ਗਿਆਨ ਦਾ ਪ੍ਰਕਾਸ਼ ਹੈ ਨਾ, ਉਹ ਨਹੀਂ ਮਹਾਰਾਜ ਮੈਂ ਅਜੇ ਤੱਕ ਬੁੱਝਿਆ, ਉਹ ਨਹੀਂ ਮਹਾਰਾਜ ਮੈਂ ਜਾਣਿਆ। ਗੱਲਾਂ ਕਹਿਣ ਤੇ ਸੁਣਨ ਵਿੱਚ ਹੀ ਬੜਾ ਮਹਾਰਾਜ ਮੈਂ ਪ੍ਰਵੀਨ ਹਾਂ, ਕਮਾਈ ਕਰਨ ਵਿੱਚ ਪ੍ਰਵੀਨ ਨਹੀਂ ਹੋ ਸਕਿਆ। ਜੇ ਯਤਨ ਵੀ ਕੀਤਾ ਤਾਂ ਮਹਾਰਾਜ ਸਫਲ ਨਹੀਂ ਹੋ ਸਕਿਆ। ਸੱਚੇ ਪਾਤਸ਼ਾਹ ਜੀ ਮੈਨੂੰ ਕੋਈ ਗਿਆਨ ਨਹੀਂ ਮਹਾਰਾਜ ਹਾਸਲ ਹੋਇਆ, ਕੁਛ ਵੀ ਮਹਾਰਾਜ ਸੋਝੀ ਨਹੀਂ ਪਈ। ਸੰਸਾਰ ਦੇ ਅੰਦਰ ਜਿਹੋ ਜਿਹਾ ਜਨਮਿਆ ਸੀ, ਸਗੋਂ ਮਹਾਰਾਜ ਵਕਾਰ ਵੱਧ ਗਏ, ਇਹ ਦੇਹ ਦਿਆਸ ਵੱਧ ਗਿਆ, ਰਸ ਵੱਧ ਗਏ, ਫੁਰਨੇ ਵੱਧ ਗਏ। ਕੁਝ ਵੀ ਮਹਾਰਾਜ ਪਰਮਾਰਥ ਦਾ ਗਿਆਨ ਨਹੀਂ ਮੈਂ ਬੁੱਝਿਆ, ਜਾਣਿਆ ਨਹੀਂ। ਇਹ ਗਰੀਬ ਨਵਾਜ ਮਾਇਆ ਵਿੱਚ ਫਸੇ ਹੋਏ ਦੀ ਮੇਰੀ ਹਾਲਤ ਇਹੋ ਜੀ ਹੈ। ਕੌਣ ਨਾਮ ਜਗ ਜਾ ਕੈ ਸਿਮਰੈ। ਹੇ ਸੱਚੇ ਪਾਤਸ਼ਾਹ, ਕਿਹੜਾ ਨਾਮ ਹੈ ਜਗਤ ਦੇ ਅੰਦਰ ਜਿਸ ਨਾਮ ਦੇ ਸਿਮਰਨੇ ਕਰਕੇ ਜਾ ਕੈ ਸਿਮਰੈ, ਜਿਸ ਨਾਮ ਦੇ ਸਿਮਰਨ ਕਰਨੇ ਕਰਕੇ, ਭਜਨ ਕਰਨੇ ਕਰਕੇ ਪਾਵੈ ਪਦ ਨਿਰਬਾਨਾ। ਬੰਧਨਾ ਤੋਂ ਰਹਿਤ ਜਿਹੜੀ ਨਿਰਬਾਨ ਭਾਵ ਬੰਧਨਾ ਤੋਂ ਰਹਿਤ ਜਿਹੜੀ ਪਦ ਪਦਵੀ ਹੈ, ਉਹਨੂੰ ਮਹਾਰਾਜ ਪਾ ਲਵਾਂ। ਹੇ ਸੱਚੇ ਪਾਤਸ਼ਾਹ, ਕੌਣ ਨਾਮ, ਕਿਹੜਾ ਹੈ ਉਹ ਨਾਮ ਜਾ ਕੇ ਸਿਮਰੈ, ਜਿਸ ਨਾਮ ਦੇ ਸਿਮਰਨ ਕਰਨੇ ਕਰਕੇ ਜਗਤ ਦੇ ਅੰਦਰ ਜਿਉਂਦਿਆਂ ਜੀ ਹੀ ਪਾਵੈ ਪਦ ਨਿਰਬਾਨਾ। ਨਿਰਵਾਣ ਪਦਵੀ ਨੂੰ, ਬੰਧਨਾ ਤੋਂ ਰਹਿਤ ਪਦਵੀ ਨੂੰ, ਦੁੱਖਾਂ ਤੋਂ ਰਹਿਤ ਪਦਵੀ ਨੂੰ, ਆਤਮਕ ਆਨੰਦ ਨੂੰ, ਆਤਮਕ ਸਵਰੂਪ ਨੂੰ ਸੱਚੇ ਪਾਤਸ਼ਾਹ ਮੈਂ ਪਾਵੈ ਪਾ ਲਵਾਂ। ਭਏ ਦਇਆਲ ਕਿਰਪਾਲ ਸੰਤ ਜਨ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਇਉਂ ਬੇਨਤੀ ਕਰੀਏ ਨਾ, ਬਹੁਤ ਦਿਲੋਂ ਗਹਿਰਾਈ ਤੋਂ ਆਪਣੇ ਦਿਲ ਦਾ ਭਾਵ ਹਜੂਰ ਕੋਲ ਨਾ ਛੁਪਾਈਏ, ਕਿਉਂਕਿ ਸੱਚੇ ਪਾਤਸ਼ਾਹ ਤਾਂ ਅੰਤਰਜਾਮੀ ਹੈ। ਜੇ ਛੁਪਾਵਾਂਗੇ ਤਾਂ ਮਹਾਰਾਜ ਕਹਿੰਦੇ ਛੁਪਾ ਲੈ ਫਿਰ ਹੋਰ ਥੋੜਾ ਚਿਰ,
ਜੇ ਖੋਲ ਕੇ ਰੱਖ ਦਾਂਗੇ ਮਹਾਰਾਜ ਔਗਣ ਚੁਣ ਚੁਣ ਕੇ ਕੱਢ ਦਿੰਦੇ। ਫਿਰ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਐ ਜਦੋਂ ਸਾਧੂ ਮਹਾਤਮਾ ਕਿਰਪਾਲੂ ਹੁੰਦੇ ਹਨ, ਸਤਸੰਗਤ ਮਿਹਰ ਕਰਦੀ ਐ। ਤਬ ਇਹ ਬਾਤ ਬਤਾਈ। ਤਦੋਂ ਇਹ ਜਿਹੜੀ ਗੋਜ ਬਾਤ ਹੈ ਨਾ, ਇਹ ਫਿਰ ਮਹਾਰਾਜ ਦੇ ਭਗਤ ਸਾਧੂ ਜਨ ਬਤਾ ਦਿੰਦੇ ਐ, ਦੱਸ ਦਿੰਦੇ ਐ। ਇਸੇ ਪ੍ਰਕਾਰ ਹੀ ਭਏ ਦਇਆਲ ਕਿਰਪਾਲ ਸੰਤ ਜਨ। ਸੰਤ ਜਨ ਕੌਣ ਹਨ? ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੰਤ ਸਰੂਪ ਸਤਿਗੁਰੂ ਜੀ। ਜਦੋਂ ਮਹਾਰਾਜ ਜੀ ਕਿਰਪਾ ਦੇ ਆਲ ਘਰ ਹਨ ਤੇ ਜਿਨ੍ਹਾਂ ਨੂੰ ਦਇਆ ਦੀ ਆਲ ਆਦਤ ਹੈ, ਜਿਨ੍ਹਾਂ ਨੂੰ ਮਿਹਰ ਕਰਨ ਦਾ ਸੁਭਾਅ ਹੈ ਸੱਚੇ ਪਾਤਸ਼ਾਹ ਦਾ, ਜਦੋਂ ਹੀ ਉਹ ਬੇਨਤੀਆਂ ਕਰੀਏ ਨਾ, ਮਹਾਰਾਜ ਮੈਂ ਤਾਂ ਸਾਰੇ ਯਤਨ ਕਰ ਕਰਕੇ ਥੱਕ ਗਿਆ ਹਾਂ। ਹੇ ਸਾਧੂ ਸਰੂਪ ਸਤਿਗੁਰੂ ਜੀ, ਕੌਣ ਜੁਗਤ ਅਬ ਕੀਜੈ, ਮੈਂ ਕਿਹੜੀ ਜੁਗਤੀ ਕਰਾਂ ਸੱਚੇ ਪਾਤਸ਼ਾਹ। ਇਹ ਖੋਟੀ ਬੁੱਧੀ ਨਹੀਂ ਮੇਰਾ ਖਹਿੜਾ ਛੱਡਦੀ। ਮੈਂ ਬੜਾ ਭਜਨ ਵਿੱਚ ਚਿੱਤ ਜੋੜਨ ਦਾ ਯਤਨ ਕੀਤਾ ਹੈ, ਪਰ ਮਹਾਰਾਜ ਇਹ ਮੇਰਾ ਚਿੱਤ ਨਹੀਂ ਜੁੜਨ ਦਿੰਦੀ। ਇਸ਼ਟ ਦੇਵ ਦੇ ਪ੍ਰਤੀ ਵੀ ਬੁਰੇ ਖਿਆਲ ਪੈਦਾ ਹੋਣੇ ਇਹ ਦੁਰਮਤ ਬੁੱਧ ਕਰਕੇ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮੇਰਾ ਛੁਟਕਾਰਾ ਇਸ ਤੋਂ ਕਿਵੇਂ ਹੋਵੇ? ਤੇ ਜਦੋਂ ਇਹ ਬੇਨਤੀਆਂ ਕਰੀਏ, ਮਹਾਰਾਜ ਮੈਨੂੰ ਕੋਈ ਗਿਆਨ ਨਹੀਂ ਹਾਸਲ ਹੋਇਆ, ਮੂਰਖ ਦਾ ਮੂਰਖ ਹੀ ਹਾਂ ਮਹਾਰਾਜ। ਸੱਚੇ ਪਾਤਸ਼ਾਹ ਪਸ਼ੂ ਬਿਰਤੀ ਹੈ ਮੇਰੀ, ਇਹੋ ਜੀ ਬੁਰੀ ਹਾਲਤ ਹੈ। ਸਭ ਸੰਸਾਰ ਦੇ ਔਗਣ ਮੇਰੇ ਵਿੱਚ ਇਉਂ ਵਸੇ ਹੋਏ ਆ ਜਿਵੇਂ ਪੱਕਾ ਹੀ ਡੇਰਾ ਲਾਇਆ ਹੋਇਆ ਹੈ। ਮਹਾਰਾਜ ਕਦੇ ਮੈਨੂੰ ਸੁਖ ਭਾਵ ਹੀ ਨਹੀਂ ਪ੍ਰਤੀਤ ਹੁੰਦਾ। ਈਰਖਾ ਕਰਦਾ ਰਹਿਣਾ, ਵੈਰ ਵਿਰੋਧ ਵਿੱਚ ਫਸਿਆ ਰਹਿਣਾ ਹਾਂ। ਇਉਂ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਜੀਆਂ ਨੂੰ ਮਰਿਆਦਾ ਦੜਾਉਣਾ। ਹਾਲਤ ਇਹੋ ਜੀ ਮੇਰੀ ਬੁਰੀ ਹੈ। ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਇਉਂ ਬੇਨਤੀਆਂ ਕਰੀਏ ਤੇ ਫਿਰ ਜਦੋਂ ਸੱਚੇ ਪਾਤਸ਼ਾਹ ਕਹਿੰਦੇ ਭਏ ਦਇਆਲ ਕਿਰਪਾਲ ਸੰਤ ਜਨ, ਕਿਰਪਾਲੂ ਸਰੂਪ ਦਇਆਲੂ ਸਰੂਪ ਸੰਤ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਮਿਹਰ ਕਰਦੇ ਫਿਰ ਦਇਆ ਕਰਦੇ ਹਨ। ਤਬ ਇਹ ਬਾਤ ਬਤਾਈ। ਤਦੋਂ ਮਹਾਰਾਜ ਜਿਹੜੀ ਹੈ ਨਾ ਬਾਤ ਨਿਰੰਕਾਰ ਦੀ ਸਾਖਿਆਤਤਾ ਵਾਲੀ, ਸੱਚੇ ਪਾਤਸ਼ਾਹ ਮਹਾਰਾਜ ਉਹ ਜੁਗਤ ਫਿਰ ਦੱਸ ਦਿੰਦੇ ਆ। ਇਹ ਜੁਗਤ ਕਿੱਥੋਂ ਲੱਭਦੀ ਹੈ? ਗੁਰੂ ਨਾਨਕ ਸਾਹਿਬ ਦੀ ਸਤ ਸੰਗਤ ਵਿੱਚੋਂ ਲੱਭਦੀ ਹੈ, ਸਾਧੂ ਗੁਰਮੁਖਾਂ ਦੀ ਸੰਗਤ ਵਿੱਚੋਂ ਲੱਭਦੀ ਹੈ। ਉਹ ਫਿਰ ਇਹ ਬਾਤ ਬਤਾ ਦਿੰਦੇ ਆ, ਉਹ ਭੇਦ ਦੱਸ ਦਿੰਦੇ ਆ। ਕਾਹਦਾ ਭੇਦ ਦੱਸਦੇ ਆ? ਦੁਰਮਤ ਬੁੱਧੀ ਤੋਂ, ਖੋਟੀ ਬੁੱਧੀ ਤੋਂ ਕਿਵੇਂ ਛੁੱਟ ਸਕੀਏ। ਉਹ ਭੇਦ ਦੱਸ ਦਿੰਦੇ ਆ ਕਿ ਰਾਮ ਦੀ ਭਗਤੀ ਵਿੱਚ ਕਿਵੇਂ ਮਨ ਭਿੱਜ ਸਕਦਾ ਹੈ। ਉਹ ਦੱਸ ਦਿੰਦੇ ਆ ਕਿ ਮਾਇਆ ਦੀ ਫਾਹੀ ਤੋਂ ਕਿਵੇਂ ਛੁੱਟ ਸਕਦਾ ਹੈ। ਦੱਸ ਦਿੰਦੇ ਆ ਕਿ ਕਿਵੇਂ ਗਿਆਨ ਦੀ ਚਿਣਗ ਤੇਰੇ ਅੰਦਰ ਫੁੱਟੇਗੀ। ਤਬ ਇਹ ਬਾਤ ਬਤਾਈ। ਜਦੋਂ ਗੁਰੂ ਨਾਨਕ ਸਾਹਿਬ ਜੀ ਮਿਹਰ ਦੇ ਘਰ ਵਿੱਚ ਆਏ ਨਾ, ਸਾਧੂ ਸਰੂਪ ਸਤਿਗੁਰੂ ਜੀ, ਉਦੋਂ ਫਿਰ ਮਹਾਰਾਜ ਨੇ ਇਹ ਜਿਹੜੀ ਬਾਤ ਸੀ ਗੁਰਮਤਿ ਦੀ ਸਿੱਖਿਆ ਦੀ, ਇਹ ਬਤਾਉਣਾ ਕੀਤੀ, ਦੱਸਣਾ ਕੀਤੀ। ਸਰਬ ਧਰਮ ਮਾਨੋ ਤਿਹ ਕੀਏ। ਕੀ ਭੇਦ ਦੱਸਿਆ ਮਹਾਰਾਜ ਜੀ ਨੇ? ਕਿਹੜੀ ਬਾਤ ਦੱਸੀ ਸਤਿਗੁਰੂ ਜੀ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰਸਿੱਖੋ, ਸਾਰੇ ਧਰਮ ਮਾਨੋ ਉਸਨੇ ਕਰ ਲਏ। ਕਿਹਨੇ? ਹਜੂਰ ਕਹਿੰਦੇ ਹਨ, ਜਿਹੇ ਪ੍ਰਭ ਕੀਰਤ ਗਾਈ। ਜਿਨਨੇ ਸੱਚੇ ਦਿਲ ਤੋਂ ਮੇਰੇ ਵਾਹਿਗੁਰੂ ਦੀ ਕੀਰਤੀ ਨੂੰ ਗਾਇਆ ਹੈ, ਪਰਮੇਸ਼ਰ ਦੇ ਜਸ ਨੂੰ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਕੀਰਤੀ ਗਾਓਗੇ ਨਾ, ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ। ਭਾਈ ਆਪਣੀ ਰਸਨਾ ਨੂੰ ਕਹੀਏ, ਹੈ ਮੇਰੀ ਰਸਨਾ, ਵਾਹਿਗੁਰੂ ਦੀ ਕੀਰਤੀ ਗਾਇਆ ਕਰ। ਜਦੋਂ ਪਰਮੇਸ਼ਰ ਦੀ ਕੀਰਤੀ ਕਰੀਏ ਨਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੁਆਰਾ, ਫਿਰ ਕੀ ਹੁੰਦਾ ਹੈ? ਸਾਰੀ ਦੁਰਮਤ ਖੋਟੀ ਬੁੱਧ ਨਾਸ਼ ਕਰ ਦਿੰਦੀ ਹੈ ਬਾਣੀ। ਸਾਧੋ ਕੌਣ ਜੁਗਤ ਅਬ ਕੀਜੈ, ਮਹਾਰਾਜ ਜੁਗਤੀ ਦੱਸਦੇ ਐ ਕਿ ਸਰਬ ਧਰਮ ਮਾਨੋ ਤਿਹ ਕੀਏ। ਇਹ ਸਾਰੇ ਹੀ ਧਰਮ ਜਾਣੋ ਉਹਨੇ ਕਮਾ ਲਏ, ਸਾਰੀਆਂ ਸਾਧਨਾ ਕਰ ਲਈਆਂ, ਸਾਰਾ ਯੋਗ ਕਮਾ ਲਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਧਰਮਾਂ ਦੇ ਗ੍ਰੰਥਾਂ ਦਾ ਗਿਆਨ ਹੀ ਪਾ ਲਿਆ। ਕਿਹਨੇ? ਜਿਹ ਕੀਰਤ ਪ੍ਰਭ ਗਾਈ, ਜਿਨੇ ਮੇਰੇ ਵਾਹਿਗੁਰੂ ਦੀ ਕੀਰਤੀ ਨੂੰ ਗਾਇਆ,
ਪਰਮੇਸ਼ਰ ਦਾ ਜਸ ਆਪਣੀ ਰਸਨਾ ਤੋਂ ਕੀਤਾ ਏ। RAM ਨਾਮ ਨਰ ਨਿਸ ਬਾਸੁਰ ਮਹਿ। ਸੱਚੇ ਪਾਤਸ਼ਾਹ ਕਿੰਨਾ ਕੁ ਚਿਰ ਕੀਰਤ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਰਾਤ ਦਿਨ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ। ਰਾਤ ਦਿਨ ਦੇ ਅੰਦਰ ਜੇ ਛਿਨ ਮਾਤਰ ਵੀ ਵਾਹਿਗੁਰੂ ਦੇ ਭਜਨ ਵਿੱਚ ਸੁਰਤ ਟਿਕ ਜੇ ਤਾਂ ਮਹਾਰਾਜ ਦੱਸਦੇ ਹਨ ਫਲ ਹਜੂਰ ਫਰਮਾਉਂਦੇ ਆ RAM ਨਾਮ ਨਰ ਨਿਸ ਬਾਸੁਰ ਮਹਿ। ਕਿ ਰਮੇ ਹੋਏ RAM ਦਾ ਜੋ ਨਾਮ ਹੈ, ਜੇ ਕਰਕੇ ਨਰ ਮਨੁੱਖ ਨਿਸ ਰਾਤ ਨੂੰ ਤੇ ਬਾਸਰ ਦਿਨ ਦੇ ਅੰਦਰ ਨਿਮਖ ਏਕ ਔਰ ਧਾਰੈ। ਅੱਖ ਦੇ ਖੋਲਣ ਤੇ ਬੰਦ ਕਰਨ ਦੇ ਸਮੇਂ ਜਿੰਨਾ ਸਮਾਂ ਨਿਮਖ ਹੁੰਦਾ ਹੈ, ਅੱਖ ਦੇ ਖੋਲਣਾ ਤੇ ਬੰਦ ਕਰਨਾ, ਅੱਖ ਦੇ ਫੁਰਨ ਦਾ ਸਮਾਂ ਸੱਚੇ ਪਾਤਸ਼ਾਹ ਕਹਿੰਦੇ ਨਿਮਖ ਏਕ ਔਰ ਧਾਰੈ। ਇੱਕ ਨਿਮਖ ਮਾਤਰ ਆਪਣੇ ਹਿਰਦੇ ਅੰਦਰ ਸੱਚੀ ਪ੍ਰੀਤ ਨਾਲ ਧਾਰਨ ਕਰ ਲਵੇ। ਨਾਮ ਦਾ ਕਿੱਡਾ ਵੱਡਾ ਫਲ ਹਜੂਰ ਅਗਲੀ ਪੰਕਤੀ ਵਿੱਚ ਦੱਸਦੇ ਹਨ। ਜਮ ਕੋ ਤਰਾਸ ਮਿਟੈ ਨਾਨਕ ਤਿਹ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਤਿਸ ਦੇ ਅੰਦਰ ਜਿਹੜਾ ਮੌਤ ਦਾ ਖੌਫ ਹੈ ਮਿਟ ਜਾਵੇਗਾ। ਇੱਕ ਨਿਮਖ ਮਾਤਰ ਜੇ ਨਾਮ ਅੰਦਰ ਵਸ ਗਿਆ ਤਾਂ ਸੱਚੇ ਪਾਤਸ਼ਾਹ ਕਹਿੰਦੇ ਜਮ ਦਾ ਤਰਾਸ, ਜਮ ਦਾ ਡਰ ਉਹਦੇ ਅੰਦਰੋਂ ਨਾਸ਼ ਹੋ ਜਾਵੇਗਾ। ਆਪਣੋ ਜਨਮ ਸਵਾਰੈ। ਅਤੇ ਉਹ ਆਪਣੇ ਜਨਮ ਨੂੰ ਸਵਾਰ ਲਵੇਗਾ। ਉਹਦਾ ਸਾਰਾ ਹੀ ਜਨਮ ਸੌਰ ਜਾਏਗਾ। ਖੋਟੀ ਬੁੱਧੀ ਛੁੱਟ ਜਾਵੇਗੀ। ਵਾਹਿਗੁਰੂ ਦੀ ਭਾਵ ਭਗਤੀ ਵਿੱਚ ਮਨ ਭਿੱਜ ਜਾਵੇਗਾ। ਮਾਇਆ ਦੇ ਜੰਜਾਲ ਤੋਂ, ਜਿਹੜੀ ਦਲਦਲ ਮਾਇਆ ਦੀ ਉਹਦੇ ਵਿੱਚ ਜਿਹੜਾ ਖੁੱਭ ਗਿਆ ਹੈ, ਫਸ ਗਿਆ ਹੈ, ਉੱਥੋਂ ਬਾਹਰ ਆ ਜਾਏਗਾ। ਜਿਹੜਾ ਗਿਆਨ ਨਹੀਂ ਕੁਝ ਸੁੱਝ ਰਿਹਾ ਆਪੇ ਦਾ ਕਿ ਮੈਂ ਕੌਣ ਹਾਂ, ਇਹ ਵੀ ਸਰੂਪ ਦਾ ਗਿਆਨ ਜਿਹੜਾ ਉਹਨੂੰ ਬੁੱਝ ਲਵੇਗਾ। ਫਿਰ ਨਾਮ ਨਹੀਂ ਪਤਾ ਲੱਗਦਾ, ਨਾਮ ਦਾ ਵੀ ਪਤਾ ਲੱਗ ਜਾਏਗਾ ਕਿ ਕਿਹੜੇ ਨਾਮ ਨੂੰ ਸਿਮਰਨੇ ਕਰਕੇ। ਉਹ ਨਾਮ ਹੈ ਵਾਹਿਗੁਰੂ ਮੰਤਰ। ਉਹ ਹੈ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ ਇਹ ਵਾਹਿਗੁਰੂ ਮੰਤਰ। ਕੌਣ ਨਾਮ ਜਗ ਜਾ ਕੇ ਸਿਮਰੈ। ਜਗਤ ਦੇ ਅੰਦਰ ਕਿਹੜਾ ਹੈ ਨਾਮ ਜਿਹਦੇ ਨਾਮ ਦੇ ਸਿਮਰਨੇ ਕਰਕੇ ਪਾਵੈ ਪਦ ਨਿਰਬਾਨਾ, ਨਿਰਬਾਨ ਪਦਵੀ ਨੂੰ ਪ੍ਰਾਪਤ ਕਰ ਲਵੇ, ਭਾਵ ਬੰਧਨਾਂ ਤੋਂ ਰਹਿਤ ਹੋ ਜਾਵੇ, ਸਾਰੇ ਦੁੱਖ ਟੁੱਟ ਜਾਣ। ਉਹ ਨਾਮ ਹੈ ਵਾਹਿਗੁਰੂ ਨਾਮ। ਸੱਚੇ ਪਾਤਸ਼ਾਹ ਜਦੋਂ ਕਿਰਪਾ ਦੇ ਘਰ ਵਿੱਚ ਆਉਂਦੇ ਆ ਨਾ, ਸਾਧੂ ਸੰਤ ਮਹਾਤਮਾ ਗੁਰੂ ਕੇ ਸਿੱਖ ਜਦੋਂ ਕਿਰਪਾ ਕਰਦੇ ਆ ਤਾਂ ਇਹ ਫਿਰ ਮਹਾਰਾਜ ਕਿਰਪਾ ਕਰਕੇ ਬਾਤ ਦੱਸ ਦਿੰਦੇ, ਇਹ ਗੱਲ ਦੱਸ ਦਿੰਦੇ ਆ ਕਿ ਭਾਈ ਤੇ ਤੂੰ ਸਾਰੇ ਹੀ ਸੁੱਖ ਪਾਉਣਾ ਚਾਹੁੰਦਾ, ਜਾਣ ਲੈ ਹੁਣ ਸਾਰੇ ਹੀ ਧਰਮ ਕਮਾ ਲੇ ਜਿਨਨੇ ਮੇਰੇ ਵਾਹਿਗੁਰੂ ਦੀ ਕੀਰਤੀ ਨੂੰ ਗਾਇਆ ਹੈ, ਪਰਮੇਸ਼ਰ ਦੇ ਜਸ ਨੂੰ ਗਾਇਆ, ਸਾਰੇ ਪੁੰਨ ਕਰ ਲੇ, ਸਾਰੇ ਦਾਨ ਕਰ ਲੇ। ਸੋਨਾ ਦਾਨ ਕਰਨ ਦਾ ਫਲ, ਚਾਂਦੀ ਦਾਨ ਕਰਨ ਦਾ ਫਲ, ਦੁੱਧ ਘਿਓ ਪਾਣੀ, ਇਹ ਸਾਰੇ ਜਿੰਨੇ ਵਸਤਰ ਆਦਿਕ ਦਾਨ ਕਰਨ ਦਾ ਫਲ ਹੈ, ਭੂਮੀ ਦਾਨ ਦਾ ਫਲ ਹੈ, ਸਾਰੇ ਹੀ ਫਲ ਮਹਾਰਾਜ ਕਹਿੰਦੇ ਉਹਨ ਪਾ ਲੈ ਜਿਹ ਕੀਰਤ ਪ੍ਰਭ ਗਾਈ। ਜਿਨਨੇ ਮੇਰੇ ਵਾਹਿਗੁਰੂ ਦੀ ਕੀਰਤੀ ਨੂੰ ਗਾਇਆ, ਨਾਮ ਦਾ ਐਡਾ ਵੱਡਾ ਫਲ ਹੈ। ਮਹਾਰਾਜ ਕਹਿੰਦੇ ਨੇ ਰਾਤ ਤੇ ਦਿਨ ਦੇ ਸਮੇਂ ਵਿੱਚ ਜਿਸ ਮਨੁੱਖ ਨੇ ਇੱਕ ਨਿਮਖ ਮਾਤਰ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ ਲਿਆ ਨਾ, ਉਹਦਾ ਮੌਤ ਦਾ ਖੌਫ ਨਾਮ ਚੱਕ ਦਿੰਦਾ ਹੈ। ਇਹ ਜਮਾਂ ਦਾ ਡਰ ਉਹਦੇ ਅੰਦਰੋਂ ਨਾਸ਼ ਹੋ ਜਾਂਦਾ ਹੈ। ਜੇ ਸਾਡਾ ਮਨ ਅਜੇ ਤੱਕ ਮੌਤ ਤੋਂ ਡਰਦਾ ਹੈ ਨਾ, ਜਮ ਤੋਂ ਡਰਦਾ ਹੈ, ਇਹ ਜਾਣੀਏ ਕਿ ਇੰਨੀ ਲੰਬੀ ਜ਼ਿੰਦਗੀ ਵਿੱਚ ਅੱਖ ਦੇ ਖੋਲਣ ਤੇ ਬੰਦ ਕਰਨ ਦੇ ਸਮੇਂ ਵਿੱਚ ਵੀ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚ ਨਾਮ ਨਹੀਂ ਵਸਾਇਆ, ਦਿਲੋਂ ਪ੍ਰੇਮ ਨਾਲ ਮਹਾਰਾਜ ਜੀ ਦਾ ਨਾਮ ਨਹੀਂ ਜਪਿਆ। ਉਹ ਅੱਖ ਤੇ ਫੁਰਨ ਦਾ ਸਮਾਂ ਜਿਹੜਾ ਨਾ, ਅੱਖ ਦੇ ਖੋਲਣ ਤੇ ਬੰਦ ਕਰਨ ਦਾ, ਇੰਨਾ ਕੁ ਅਸੀਮ ਸੁੱਖ ਦੇ ਜਾਂਦਾ ਏ ਕਿ ਉਸ ਸਮੇਂ ਜਗਿਆਸੂ ਖੀਵਾ ਹੋ ਜਾਂਦਾ, ਨਿਹਾਲ ਹੋ ਜਾਂਦਾ, ਸਾਰੇ ਸਰੀਰ ਦੇ ਰੋਮ ਖੜੇ ਹੋ ਜਾਂਦੇ ਆ, ਰੋਮਾਂਚ ਅਵਸਥਾ ਆ ਜਾਂਦੀ ਹੈ ਜਦੋਂ ਇਹ ਨਿਮਖ ਦਾ ਸਮਾਂ ਹੀ ਆਉਂਦਾ ਹੈ। ਮਹਾਰਾਜ ਕਹਿੰਦੇ ਤੇ ਆਪਣੋ ਜਨਮ ਸਵਾਰੈ। ਉਹ ਭਾਈ ਆਪਣਾ ਜਨਮ ਸਾਰਾ ਹੀ ਸਵਾਰ ਜਾਂਦਾ ਹੈ। ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ, ਸਾਧੋ ਕੌਣ ਜੁਗਤ ਅਬ ਕੀਜੈ। ਇਹ ਜੁਗਤੀ ਮਹਾਰਾਜ ਇਸ ਸ਼ਬਦ ਦੇ ਅੰਦਰ ਦੱਸੀ ਹੈ ਸੱਚੇ ਪਾਤਸ਼ਾਹ ਨੇ, ਮੁਕਤ ਹੋਣ ਦੀ ਦੱਸੀ ਹੈ ਜੁਗਤ ਸੱਚੇ ਪਾਤਸ਼ਾਹ ਨੇ, ਦੁਰਮਤ ਬੁੱਧੀ ਤੋਂ ਛੁੱਟ ਜਾਣ ਦੀ ਦੱਸੀ ਹੈ ਜੁਗਤ ਸੱਚੇ ਪਾਤਸ਼ਾਹ ਨੇ, ਨਾਮ ਵਿੱਚ
ਮਨ ਦੇ ਭਿੱਜਣ ਦੀ ਦੱਸੀ ਹੈ ਜੁਗਤ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਮਾਇਆ ਦੇ ਜੰਜਾਲ ਤੋਂ ਬਾਹਰ ਆਉਣ ਦੀ ਦੱਸੀ ਹੈ ਜੁਗਤ ਸੱਚੇ ਪਾਤਸ਼ਾਹ ਨੇ। ਗਿਆਨ ਦੇ ਪ੍ਰਕਾਸ਼ ਦੀ ਪ੍ਰਾਪਤੀ ਦੀ ਸੱਚੇ ਪਾਤਸ਼ਾਹ ਨੇ ਦੱਸਿਆ ਹੈ। ਇਹਦੇ ਅੰਦਰ ਨਾਮ, ਜਿਸ ਨਾਮ ਦੇ ਜਪਣੇ ਕਰਕੇ ਸਾਰੇ ਬੰਧਨ ਟੁੱਟ ਜਾਣ, ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰ ਕੀਤੀ ਹੈ। ਗਰੀਬ ਨਵਾਜ ਐਸੀ ਜੁਗਤ ਪ੍ਰਦਾਨ ਕੀਤੀ ਹੈ ਜਿਸ ਜੁਗਤੀ ਨਾਲ ਸਭ ਦਾਤਾਂ ਪਾ ਕੇ ਮਨ ਨਿਹਾਲ ਹੋ ਜਾਵੇ, ਸੰਸਾਰ ਤੇ ਆਇਆ ਜੀਵ ਦਾ ਸਫਲਾ ਹੋ ਜਾਵੇ। ਐਸੀ ਕਿਰਪਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੀ ਬਾਣੀ ਦੁਆਰਾ ਹਜੂਰ ਕਰਦੇ ਹੈ। ਅਕਿਰਤ ਘਣਾ ਨੂੰ ਪਾਲਦੇ ਹੈ ਸੱਚੇ ਪਾਤਸ਼ਾਹ। ਇਹ ਹਜੂਰ ਦਾ ਸੁਭਾਅ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਦਿੱਤੇ ਹੋਏ ਇੰਨੇ ਪਦਾਰਥ ਖਾ ਕੇ, ਇੰਨੇ ਕੱਪੜੇ ਦਿੱਤੇ ਪਾ ਕਰਕੇ, ਭੋਗਾਂ ਨੂੰ ਭੋਗ ਕੇ ਫਿਰ ਵੀ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਦੇ। ਸਤਿਗੁਰੂ ਫਿਰ ਵੀ ਤਰਸ ਕਰਦੇ ਹੈ। ਅਕਿਰਤ ਘਣਾ ਹਰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਐਸਾ ਦੀਨ ਦਿਆਲ ਸੁਭਾਅ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਹਜੂਰ ਤਰਸ ਕਰਦੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਕਰਨ। ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। RAM ਨਾਮ ਨਰ ਨਿਸ ਬਾਸੁਰ ਮਹਿ, ਨਿਮਖ ਏਕ ਔਰ ਤਾਰੈ। ਜਮ ਕੋ ਤਰਾਸ ਮਿਟੈ ਨਾਨਕ ਤਿਹ, ਆਪਨੋ ਜਨਮ ਸਵਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।